ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੁਕਮੀ ਹੋਵਣ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਹੁਕਮੀ ਹੋਵਣ ਆਕਾਰ, ਹੁਕਮ ਨ ਕਹਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ 10 ਪਾਵਨ ਗੁਰੂ ਜਾਮੇ ਧਾਰਨ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇੱਕ ਵਾਰ ਪਿਸ਼ੌਰ ਤੋਂ ਚੱਲ ਕੇ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਵੱਲ ਆ ਰਹੀਆਂ ਸਨ। ਅਟਕ ਦਰਿਆ ਤੇ ਸਿੱਧ ਮਿਲੇ। ਉਹਨਾਂ ਨੇ ਗੁਰੂ ਨਾਨਕ ਦੇ ਸਿੱਖਾਂ ਤੇ ਸਵਾਲ ਕਰ ਦਿੱਤਾ, ਤੁਸੀਂ ਕਿੱਧਰ ਜਾ ਰਹੇ ਹੋ? ਤਾਂ ਅੱਗੋਂ ਜਵਾਬ ਮਿਲਿਆ ਕਿ ਅਸੀਂ ਆਪਣੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਰਹੇ ਹਾਂ। ਤਾਂ ਸਿੱਧਾਂ ਨੇ ਅੱਗੋਂ ਸਵਾਲ ਕੀਤਾ, ਸਤਿਗੁਰੂ ਦੇ ਦਰਸ਼ਨ ਕਰਕੇ ਤੁਹਾਨੂੰ ਕੀ ਮਿਲਦਾ ਹੈ? ਤਾਂ ਸਿੱਖਾਂ ਨੇ ਇਹ ਆਖਿਆ, ਜਦੋਂ ਅਸੀਂ ਇੱਕ ਵਾਰ ਸਤਿਗੁਰੂ ਦੇ ਦਰਸ਼ਨ ਦੀਦਾਰ ਕਰ ਲੈਂਦੇ ਹਾਂ ਤਾਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸਾਨੂੰ ਸਤਿਗੁਰੂ ਦੀਆਂ ਖੁਸ਼ੀਆਂ ਤੇ ਸਤਿਗੁਰੂ ਦੀ ਪ੍ਰਸੰਨਤਾ ਮਿਲ ਜਾਂਦੀ ਹੈ, ਜਿਸ ਦਾ ਸਦਕਾ 6 ਮਹੀਨੇ ਜਾਂ ਸਾਲ ਸਾਡੇ ਮਨ ਦੇ ਵਿੱਚ ਵੀ, ਸਾਡੇ ਘਰ ਦੇ ਵਿੱਚ ਵੀ ਸ਼ਾਂਤੀ ਰਹਿੰਦੀ ਹੈ। ਸਾਲ ਛਮਾਹੀ ਅਸੀਂ ਫਿਰ ਸਤਿਗੁਰੂ ਦੇ ਪਾਸ ਜਾਂਦੇ ਹਾਂ। ਸਤਿਗੁਰੂ ਦੇ ਦਰਸ਼ਨ ਕਰਕੇ, ਸਤਿਗੁਰੂ ਦੀ ਸਿੱਖਿਆ ਧਾਰਨ ਕਰਕੇ, ਸਤਿਗੁਰੂ ਦੀ ਪ੍ਰਸੰਨਤਾ ਲੈ ਕੇ ਅਸੀਂ ਆਪਣੇ ਜੀਵਨ ਦੀ ਕਲਿਆਣ ਕਰਦੇ ਹਾਂ। ਸਿੱਧਾਂ ਨੇ ਇੱਕ ਹੋਰ ਸਵਾਲ ਕਰ ਦਿੱਤਾ। ਕਹਿਣ ਲੱਗੇ, ਇਹ ਗੱਲ ਤਾਂ ਮੰਨੀ
ਤੁਸੀਂ ਸਤਿਗੁਰੂ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ, ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ ਕਰਕੇ ਤੁਸੀਂ ਆਪਣੇ ਜੀਵਨ ਨੂੰ ਸਫਲਾ ਬਣਾ ਲਓਗੇ। ਪਰ ਜਿਹੜੀ ਤੁਹਾਡੀ ਆਉਣ ਵਾਲੀ ਔਲਾਦ ਹੈ, ਹੋਣ ਵਾਲੀ ਸੰਤਾਨ ਹੈ, ਕਦੀ ਉਹਦੇ ਬਾਰੇ ਵੀ ਸੋਚਿਆ? ਤੁਹਾਡਾ ਤੇ ਉਧਾਰ ਗੁਰੂ ਨਾਨਕ ਦੀ ਕਿਰਪਾ ਨਾਲ ਹੋ ਜਾਵੇਗਾ, ਪਰ ਤੁਹਾਡੀ ਹੋਣ ਵਾਲੀ ਜਨਰੇਸ਼ਨ ਦਾ ਕਿਵੇਂ ਉਧਾਰ ਹੋਵੇਗਾ? ਇਹ ਸਵਾਲ ਸੁਣ ਕੇ ਸਿੱਖ ਵਿਚਾਰ ਕਰਨ ਲੱਗੇ। ਜਦੋਂ ਕੋਈ ਵੀ ਢੁਕਵਾਂ ਜਵਾਬ ਨਾ ਮਿਲ ਸਕਿਆ ਤਾਂ ਉਹਨਾਂ ਸਿੱਧਾਂ ਦੇ ਨਾਲ ਵਾਅਦਾ ਕੀਤਾ ਕਿ ਅਸੀਂ ਹੁਣ ਸਤਿਗੁਰੂ ਦੇ ਦਰਸ਼ਨਾਂ ਲਈ ਜਾ ਰਹੇ ਹਾਂ, ਵਾਪਸੀ 'ਤੇ ਤੁਹਾਨੂੰ ਇਸ ਗੱਲ ਦਾ ਜਵਾਬ ਮਿਲੇਗਾ। ਸੰਗਤ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਗੁਜ਼ਾਰਿਸ਼ ਕੀਤੀ, ਐ ਗਰੀਬ ਨਿਵਾਜ ਸਤਿਗੁਰੂ ਜੀਓ, ਸਾਡੇ 'ਤੇ ਸਿੱਧਾਂ ਨੇ ਸਵਾਲ ਕੀਤਾ ਹੈ, ਤੁਹਾਡਾ ਉਧਾਰ ਤੇ ਸਤਿਗੁਰੂ ਦੇ ਦਰਸ਼ਨ ਕਰਕੇ, ਸੇਵਾ ਸੰਗਤ ਕਰਕੇ ਹੋ ਜਾਵੇਗਾ, ਪਰ ਤੁਹਾਡੀ ਆਉਣ ਵਾਲੀ ਨਸਲ ਦਾ, ਹੋਣ ਵਾਲੀ ਔਲਾਦ ਦਾ ਕਿਵੇਂ ਉਧਾਰ ਹੋਵੇਗਾ? ਸੱਚੇ ਪਾਤਸ਼ਾਹ ਆਪ ਕਿਰਪਾ ਕਰੋ। ਅੰਤਰਜਾਮੀ ਸਤਿਗੁਰੂ ਨੇ ਬਹੁਤ ਪ੍ਰਸੰਨ ਹੋ ਕੇ ਸਿੱਖਾਂ ਨੂੰ ਆਖਿਆ, ਐ ਗੁਰੂ ਦੇ ਪਿਆਰਿਓ, ਗੁਰੂ ਦੇ ਦੁਲਾਰਿਓ, ਤੁਸਾਂ ਇਹ ਸਵਾਲ ਬਹੁਤ ਢੁਕਵਾਂ ਵੀ ਕੀਤਾ ਤੇ ਨਾਲ ਇਸ ਦੀ ਜ਼ਰੂਰਤ ਵੀ ਬਹੁਤ ਸੀ। ਜਿਹੜਾ ਸਵਾਲ ਤੁਸੀਂ ਅੱਜ ਸਾਡੇ ਸਾਹਮਣੇ ਕੀਤਾ ਹੈ, ਇਹਦੇ ਬਾਰੇ ਅਸੀਂ ਪਹਿਲਾਂ ਹੀ ਫੈਸਲਾ ਕਰ ਚੁੱਕੇ ਹਾਂ। ਸਾਰੇ ਗੁਰਸਿੱਖ ਬੜੇ ਹੈਰਾਨ ਵੀ ਹਨ, ਬੜੇ ਪ੍ਰਸੰਨ ਵੀ ਹਨ ਵੀ ਸਤਿਗੁਰੂ ਨੂੰ ਸਾਡਾ ਤੇ ਫਿਕਰ ਹੈ ਹੀ, ਤੇ ਸਾਡੀ ਆਉਣ ਵਾਲੀ ਜਨਰੇਸ਼ਨ ਦਾ, ਹੋਣ ਵਾਲੀ ਔਲਾਦ ਦਾ ਵੀ ਸਤਿਗੁਰੂ ਨੂੰ ਫਿਕਰ ਹੈ। ਕਹਿਣ ਲੱਗੇ, ਸੱਚੇ ਪਾਤਸ਼ਾਹ, ਜਿਵੇਂ ਸਾਡੀ ਵੀ ਸਮਝ ਵਿੱਚ ਆ ਜਾਵੇ, ਆਪ ਕਿਰਪਾ ਕਰਕੇ ਸਾਨੂੰ ਦੱਸੋ। ਤਾਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹ ਆਖਿਆ, ਐ ਗੁਰੂ ਪਿਆਰਿਓ, ਅਸੀਂ ਜੋ ਅੰਮ੍ਰਿਤ ਰੂਪ ਬਾਣੀ ਉਚਾਰਨ ਕਰ ਰਹੇ ਹਾਂ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਧੁਰ ਕੀ ਬਾਣੀ ਹੈ ਔਰ ਇਸ ਬਾਣੀ ਨੇ ਰਹਿੰਦੀ ਦੁਨੀਆ ਤੱਕ ਸਾਰੇ ਜੀਵਾਂ ਦਾ ਉਧਾਰ ਕਰਨਾ ਹੈ। ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਇਸ ਲਈ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ। ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਬਾਣੀ ਨਾਲ ਜੁੜਨਗੇ, ਉਹਨਾਂ ਦਾ ਅਵਸ਼ ਉਧਾਰ ਹੋਵੇਗਾ। ਬਾਣੀ ਹੀ ਸਿੱਖਾਂ ਦਾ ਗੁਰੂ ਹੈ, ਬਾਣੀ ਹੀ ਸਿੱਖਾਂ ਦਾ ਇਸ਼ਟ ਹੈ, ਬਾਣੀ ਹੀ ਸਿੱਖਾਂ ਦਾ ਬ੍ਰਹਮ ਹੈ। ਸਭ ਕੁਝ ਸਤਿਗੁਰੂ ਦੀ ਬਾਣੀ ਹੀ ਸਾਡੇ ਲਈ ਹੈ। ਇਸ ਲਈ ਇਹ ਬਾਣੀ ਹੀ ਸਾਡੀ ਕਲਿਆਣ ਕਰਤਾ ਹੈ। ਇਸ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਜੇ ਸਤਿਗੁਰੂ ਦੀ ਬਾਣੀ ਦੇ ਨਾਲ ਹੀ ਸਾਡੀ ਕਲਿਆਣ ਹੋਣੀ ਹੈ, ਫਿਰ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ। ਜਿਹੜਾ ਬਾਣੀ ਨਾਲ ਜੁੜ ਗਿਆ, ਸਮਝ ਲਓ ਗੁਰੂ ਦੇ ਨਾਲ ਜੁੜ ਗਿਆ। ਜਿਹੜਾ ਗੁਰੂ ਦੇ ਨਾਲ ਜੁੜ ਗਿਆ, ਉਹ ਅਕਾਲ ਪੁਰਖ ਦੇ ਨਾਲ ਜੁੜ ਗਿਆ, ਤੇ ਜਿਹੜਾ ਅਕਾਲ ਪੁਰਖ ਦੇ ਨਾਲ ਜੁੜ ਗਿਆ, ਉਹਦੇ ਜੀਵਨ ਦਾ ਉਦੇਸ਼ ਆਪਣੇ ਆਪ ਹੀ ਸਿੱਧ ਹੋ ਗਿਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਆਪ ਸੰਗਤਾਂ ਜਪਜੀ ਸਾਹਿਬ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੱਲ ਆਪ ਸੰਗਤਾਂ ਨੇ ਪਹਿਲੀ ਪੌੜੀ ਦੇ ਅਰਥ
ਅਤੇ ਵਿਚਾਰ ਸਰਵਣ ਕੀਤੀ, ਜਿਸ ਦੇ ਅੰਦਰ ਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ, ਕਿਵ ਸਚਿਆਰਾ ਹੋਈ ਹੈ। ਹੇ ਸਤਿਗੁਰੂ, ਸਚਿਆਰ ਕਿਵੇਂ ਹੋਇਆ ਜਾਵੇ, ਸੱਚ ਦੀ ਪ੍ਰਾਪਤੀ ਕਿਵੇਂ ਕੀਤੀ ਜਾਵੇ, ਸੱਚ ਦੇ ਨਾਲ ਕਿਵੇਂ ਜੁੜਿਆ ਜਾਵੇ। ਤਾਂ ਹਜ਼ੂਰ ਨੇ ਆਖਿਆ, ਝੂਠ ਦੀ ਦੀਵਾਰ ਨੂੰ ਤੋੜ ਕੇ, ਕੂੜ ਦੀ ਪਾਲ ਨੂੰ ਢਾਹ ਕੇ ਤੁਸੀਂ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹੋ। ਸਿੱਖਾਂ ਨੇ ਦੂਜਾ ਸਵਾਲ ਕੀਤਾ, ਕਿਵ ਕੂੜਾ ਟੁੱਟੈ ਪਾਲ। ਸੱਚੇ ਪਾਤਸ਼ਾਹ, ਕੂੜ ਦੀ ਪਾਲ, ਝੂਠ ਦੀ ਦੀਵਾਰ, ਇਹ ਕਿਵੇਂ ਢਹਿ ਸਕਦੀ ਹੈ? ਤਾਂ ਹਜ਼ੂਰ ਨੇ ਇਹਦਾ ਜਵਾਬ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੁਸੀਂ ਰਜ਼ਾ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਸਿੱਖੋ। ਇੱਕ ਤਾਂ ਹੁਕਮ ਇਹ ਹੈ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਚੱਲਣਾ, ਤੇ ਦੂਸਰਾ ਹੁਕਮ ਇਹ ਹੈ ਜੋ ਉਸ ਅਕਾਲ ਪੁਰਖ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਇਸ ਬਾਣੀ ਦੁਆਰਾ ਜੋ ਵੀ ਉਪਦੇਸ਼ ਸਾਨੂੰ ਮਿਲਦੇ ਨੇ ਉਹਨਾਂ ਨੂੰ ਮੰਨਣਾ ਹੁਕਮ ਰਜਾਈ ਚੱਲਣਾ ਦਾ ਭਾਵ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਉਸ ਰਜ਼ਾਈ ਦੇ ਹੁਕਮ ਦੇ ਵਿੱਚ ਚੱਲਣਾ ਹੈ। ਤੇ ਜਿਹੜਾ ਇਸ ਹੁਕਮ ਦੇ ਵਿੱਚ ਚੱਲਦਾ ਹੈ, ਹਜ਼ੂਰ ਕਹਿੰਦੇ ਉਹ ਸੱਚ ਨੂੰ ਮਿਲੇਗਾ, ਉਹਨੂੰ ਸੱਚ ਦੀ ਪ੍ਰਾਪਤੀ ਹੋਵੇਗੀ। ਨਾਨਕ ਲਿਖਿਆ ਨਾਲ, ਹਜ਼ੂਰ ਕਹਿੰਦੇ ਇਹ ਪਾਈ ਸਭ ਦੇ ਨਾਲ ਹੀ ਹੁਕਮ ਲਿਖਿਆ ਹੋਇਆ ਹੈ। ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਵੇਲੇ ਵੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਤੇ ਜਦੋਂ ਜੀਵ ਮਾਤਾ ਦੇ ਗਰਭ ਤੋਂ ਬਾਹਰ ਆਉਂਦਾ ਹੈ, ਉਸ ਵੇਲੇ ਵੀ ਵਾਹਿਗੁਰੂ ਦੇ ਨਾਲ ਇਹ ਵਾਅਦਾ ਕਰਕੇ ਆਉਂਦਾ ਹੈ ਕਿ ਇਹ ਵਾਹਿਗੁਰੂ, ਮੈਂ ਤੇਰਾ ਸਿਮਰਨ ਕਰਾਂਗਾ। ਪਰ ਅਸੀਂ ਬਾਹਰ ਆ ਕੇ ਵਾਹਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ ਨਾਨਕ ਲਿਖਿਆ ਨਾਲ, ਇਹ ਹੁਕਮ ਤੇ ਨਾਲ ਹੀ ਲਿਖਿਆ ਹੁੰਦਾ ਹੈ, ਪਰ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ। ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਸ ਹੁਕਮ ਦੀ ਪਛਾਣ ਕਰਦੇ ਨੇ, ਤੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਵਿਚਰਦਿਆਂ ਹੋਇਆਂ ਉਹ ਸੱਚ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਜਿਹੜੇ ਹੋਰ ਸੱਚ ਦੀ ਪ੍ਰਾਪਤੀ ਦੇ ਲੋਕਾਂ ਨੇ ਸਾਧਨ ਮੰਨੇ ਸਨ, ਪਵਿੱਤਰਤਾ ਰੱਖਣੀ, ਮੌਨ ਧਾਰਨ ਕਰਨਾ, ਭੁੱਖੇ ਰਹਿਣਾ, ਤੇ ਬਹੁਤ ਸਾਰੀਆਂ ਸ਼ਾਸਤਰਾਂ ਦੀਆਂ ਸਿਆਣਪਾਂ ਅਤੇ ਉਕਤੀਆਂ ਜੁਗਤੀਆਂ ਹਾਸਲ ਕਰਨੀਆਂ, ਤਾਂ ਗੁਰੂ ਮਹਾਰਾਜ ਨੇ ਇਹਨਾਂ ਦਾ ਖੰਡਨ ਕੀਤਾ ਹੈ। ਸਿਰਫ ਹੁਕਮ ਮੰਨ ਕੇ ਹੀ ਸੱਚ ਦੀ ਪ੍ਰਾਪਤੀ ਸਤਿਗੁਰੂ ਨੇ ਬਿਆਨ ਕੀਤੀ ਹੈ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਫਿਰ ਇਹ ਸਵਾਲ ਕੀਤਾ, ਸੱਚੇ ਪਾਤਸ਼ਾਹ, ਸਾਨੂੰ ਉਸ ਹੁਕਮ ਦੇ ਬਾਰੇ ਚਾਨਣਾ ਪਾਓ ਜਿਸ ਹੁਕਮ ਦੇ ਵਿੱਚ ਚੱਲ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੀ ਪੌੜੀ ਦੇ ਅੰਦਰ ਜੋ ਹੁਕਮ ਦੀ ਸੂਖਸ਼ਮ ਵਿਚਾਰ ਹੈ ਉਹਦੇ ਬਾਰੇ ਸਾਨੂੰ ਸਮਝਾਉਣ ਲੱਗੇ ਹਨ। ਲੋ ਆਪ ਸੰਗਤਾਂ ਬੜੇ ਪਿਆਰ ਤੇ ਇਕਾਗਰਤਾ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਕਮੀ ਹੋਵਣ ਆਕਾਰ, ਹੁਕਮ ਨ ਕਹਿਆ ਜਾਈ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਦੇ ਬਾਰੇ ਸਾਨੂੰ ਸਮਝਾਉਣ ਲੱਗੇ ਹਨ। ਹੁਕਮੀ ਹੋਵਨ ਆਕਾਰ। ਐ ਗੁਰਸਿੱਖੋ,
जितने भी आकार रंग रूप असी वेख रहे हाँ, ये सारे वाहिगुरु के हुक्म दे विच पैदा हुंदे ने। हुण देख लो, जिस ढंग दे नाल मनुख का आकार घड़िया जाता है, आप सब संगतां नूं भली भांत पता है। हजूर ने बाणी दे विच संकेत दिते हन। माँ की रकत पिता बिंद धारा, सूरत मूरत कर आकार। माँ दी रकत पिता दी बिंद धातु तो उस अकाल पुरख वाहिगुरु ने मनुखी शरीर की घाड़त घड़ी। ये वाहिगुरु का हुक्म ही सी ना। हुक्म दे नाल ही सारे आकार पैदा हुंदे ने। मनुख का आकार भी उहदे हुक्म दे विच ही घड़िया गया है। जदों आपां होर 84 लाख जूनां वाल नज़र मार के देखते हाँ, अनेकां पशु पंछी ने, उन्हां तो भी अगे संतान पैदा हुंदी है और उन्हां दीयां शक्लां नूं कौन घड़दा है? हजूर कहंदे अकाल पुरख वाहिगुरु। उहदे हुक्म दे विच ही सारे आकार बनदे ने। इत्थे ही बस नहीं, तुसीं जरा गंभीरता नाल सोचो। 84 लाख जूनां ने और उन्हां दे वखो वखरे आकार ने, वखो वखरे रंग रूप ने, और उन्हां नूं कौन घड़दा है? अकाल पुरख वाहिगुरु दे हुक्म दे विच ही उन्हां दी घाड़त घड़ी जांदी है। आ देख लो, छोटे जे बीज तो अगे किड्डे किड्डे वड्डे दरख्त पैदा हुंदे ने। पहला बीज बीजिया जाता है, फिर वो बीज पुंगरदा है, अगे टाहनियां निकलदियां ने, पत्तरे लगदे ने, बिरछ वड्डा हो जाता है ते कई एडे एडे वड्डे बिरछ हुंदे ने। जिवें बोड़ दा दरख्त है, गुल्लर दा दरख्त है, वो छोटे जे बीज तो किड्डा वड्डा आकार धारण करदा है। ये वाहिगुरु दे हुक्म दी खेड है। छोटे जे बीज तो किड्डा वड्डा बिरछ दा आकार बनदा है। हुक्मी होवन आकार। वाहिगुरु दे हुक्म दे विच ही सारे आकार पैदा हुंदे ने। इसे तरह हर चीज़ दी कोई ना कोई रूप रेखा है, कोई ना कोई रंग रूप है, कोई ना कोई आकृति, कोई ना कोई वजूद जरूर है। पर हजूर कहंदे सारे ही आकार वाहिगुरु दे हुक्म दे विच पैदा हुंदे ने। इहदे जीव सृष्टि की गल है। हुण ब्रह्मंड का भी कोई आकार है ते ब्रह्मंड की सिरजना भी वाहिगुरु परमेश्वर ने कीती। अते एक एक ब्रह्मंड दे विच 21 पुरियां ने, उन्हां दे आकार भी उसे ने घड़े। 7 पाताल ते 7 आकाशां की सिरजना भी उसे ने कीती। इस धरती दे उत्ते समुंदर ने, पहाड़ ने, बिरछ ने, जीव जंतु हन। ये जितने भी आकार ने, हजूर कहंदे वाहिगुरु दे हुक्म दे विच ही पैदा हुंदे ने। जिथों तक हुक्म की गल है, उस वाहिगुरु की इच्छा, उहदी रज़ा, जिवें वो चाहुंदा है उसे तरह ही वरतदी है। इसे नूं हुक्म आखिया है। हजूर कहंदे ने हुक्मी होवन आकार। एक होर देखो, बड़ी हैरानी की गल है। वाहिगुरु ने भावें मनुख की शक्ल इक्को जिही बनाई है, देखण वास्ते हर मनुख की शक्ल इक्को जिही जापदी है। जिन्ने होर पशु पंछी ने, उन्हां दी भी शक्ल सूरत लगभग मिलदी जुलदी हुंदी है। पर वाहिगुरु ने फिर भी कोई ना कोई फर्क जरूर रखिया है। तुसी ध्यान दे नाल देखो, मनुख की शक्ल चाहे एक दूसरे दे नाल किन्नी भी क्यों ना मिलदी होवे, पर फिर भी उहदे कुछ वखरे निशान, कोई चिन्ह जरूर दिखाई देणगे। पूर्ण तौर ते असीं किसे एक दूसरे दे नाल रलगट नहीं हो सकते। जिवें हुण दे समय दे विच फिंगरप्रिंट लए जांदे ने,
ਮਨੁੱਖ ਦੀ ਫੋਟੋ ਤੇ ਅੱਖਾਂ ਤੋਂ ਪਤਾ ਲਾਇਆ ਜਾਂਦਾ ਹੈ। ਇਹ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਇੱਕ ਦੂਸਰੇ ਦੇ ਨਾਲ ਸ਼ਕਲੋ ਸੂਰਤ ਮਿਲਦਿਆਂ ਜੁਲਦਿਆਂ ਵੀ ਅਸੀਂ ਵੱਖੋ ਵੱਖਰੀਆਂ ਹੀ ਰੱਖਦੇ ਹਾਂ। ਹਜ਼ੂਰ ਕਹਿੰਦੇ ਹੁਕਮੀ ਹੋਵਨ ਆਕਾਰ, ਇਹ ਵੀ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ ਨਾ। ਉਹਦੇ ਹੁਕਮ ਦੇ ਵਿੱਚ ਸਾਰੇ ਹੀ ਆਕਾਰ ਰੰਗ ਰੂਪ ਘੜੇ ਜਾਂਦੇ ਨੇ। ਦੇਖ ਲਓ ਹੁਣ ਮਨੁੱਖ ਦਾ ਜਿਹੜਾ ਅੱਗੇ ਪੁੱਤਰ ਹੈ ਮਨੁੱਖ ਵਰਗਾ ਹੀ ਪੈਦਾ ਹੁੰਦਾ ਹੈ, ਪਸ਼ੂ ਪੰਛੀਆਂ ਦੇ ਅਗਾਂਹ ਬੱਚੇ ਨੇ ਉਹ ਉਹਨਾਂ ਵਰਗੇ ਪੈਦਾ ਹੁੰਦੇ ਨੇ। ਇਹ ਵਾਹਿਗੁਰੂ ਦਾ ਹੁਕਮ ਹੀ ਹੈ ਨਾ, ਹੁਕਮੀ ਹੋਵਨ ਆਕਾਰ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ ਬਣਦੇ ਨੇ, ਹੁਕਮ ਨਾ ਕਹਿਆ ਜਾਏ। ਹਜ਼ੂਰ ਕਹਿੰਦੇ ਜੇ ਕੋਈ ਇਹ ਆਖੇ ਇਹ ਐਸਾ ਕਿਉਂ ਹੋ ਰਿਹਾ ਹੈ, ਬਈ ਇਹ ਵਾਹਿਗੁਰੂ ਦਾ ਹੁਕਮ ਹੈ ਤੇ ਉਸ ਹੁਕਮ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਸ ਵਾਹਿਗੁਰੂ ਦਾ ਹੁਕਮ ਬੇਅੰਤ ਹੈ, ਉਸ ਵਾਹਿਗੁਰੂ ਦਾ ਹੁਕਮ ਸਰਵ ਵਿਆਪਕ ਹੈ, ਉਸ ਵਾਹਿਗੁਰੂ ਦਾ ਹੁਕਮ ਸਾਰਿਆਂ ਤੇ ਇਕਸਾਰ ਵਰਤ ਰਿਹਾ ਹੈ। ਉਸ ਹੁਕਮ ਦੇ ਬਾਰੇ ਉਹ ਹੁਕਮ ਕਿਵੇਂ ਚੱਲ ਰਿਹਾ ਹੈ, ਕਿਵੇਂ ਵਾਹਿਗੁਰੂ ਹੁਕਮ ਦੇ ਅਨੁਸਾਰ ਸਭ ਕੁਝ ਕਰੀ ਕਰਾਈ ਜਾ ਰਿਹਾ ਹੈ, ਇਹਦੇ ਬਾਰੇ ਮਨੁੱਖ ਕੁਝ ਵੀ ਨਹੀਂ ਬਿਆਨ ਕਰ ਸਕਦਾ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ ਪੈਦਾ ਹੁੰਦੇ ਨੇ ਤੇ ਉਸ ਵਾਹਿਗੁਰੂ ਦਾ ਹੁਕਮ ਬੇਅੰਤ ਹੈ। ਉਸ ਹੁਕਮ ਦੇ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਆਕਾਰ ਦਾ ਸੰਬੰਧ ਸਰੀਰ ਦੇ ਨਾਲ ਹੈ, ਵਜੂਦ ਦੇ ਨਾਲ ਹੈ, ਪਰ ਹਜ਼ੂਰ ਕਹਿੰਦੇ ਹੁਕਮੀ ਹੋਵਨ ਜੀ, ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸਾਰੇ ਜੀਵ ਪੈਦਾ ਹੁੰਦੇ ਨੇ। ਇੱਕ ਸਰੀਰ ਹੈ ਤੇ ਦੂਸਰਾ ਜੀਵ ਹੈ। ਸਰੀਰ ਤੇ ਆਪਣੇ ਆਪ ਦੇ ਵਿੱਚ ਜੜ ਹੈ, ਇਹਦੇ ਵਿੱਚ ਜੀਵ ਆ ਕੇ ਪ੍ਰਵੇਸ਼ ਕਰਦਾ, ਫਿਰ ਇਹ ਚੇਤਨ ਹੁੰਦਾ ਹੈ। ਹਜ਼ੂਰ ਕਹਿੰਦੇ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਆਕਾਰ ਪੈਦਾ ਕੀਤੇ ਤੇ ਫਿਰ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਪੈਦਾ ਹੋਏ। ਆ ਵੇਖ ਲਓ ਹਰ ਇੱਕ ਸਰੀਰ ਦੇ ਵਿੱਚ ਵੱਖੋ ਵੱਖਰਾ ਜੀਵ ਹੈ ਨਾ। ਇਹ ਜਿਤਨੇ ਵੀ ਜੀਵ ਨੇ ਇਹ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਪੈਦਾ ਹੋਏ ਨੇ ਤੇ ਹੁਕਮ ਮਿਲੇ ਵਡਿਆਈ। ਹਜ਼ੂਰ ਕਹਿੰਦੇ ਇਹਨਾਂ ਜੀਵਾਂ ਨੂੰ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਹੀ ਵਡਿਆਈ, ਸੋਭਾ ਅਤੇ ਪ੍ਰਸ਼ੰਸਾ ਹਾਸਲ ਹੁੰਦੀ ਹੈ। ਕਿਉਂਕਿ ਵਾਹਿਗੁਰੂ ਨੇ ਭਾਵੇਂ ਸਾਰੇ ਹੀ ਜੀਵ ਪੈਦਾ ਕੀਤੇ ਨੇ, ਪਰ ਉਹਨਾਂ ਜੀਵਾਂ ਦੇ ਵਿੱਚੋਂ ਕੁਝ ਖਾਸ ਵੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਇਹ ਕੇਵਲ ਜੀਵ ਦੀ ਗੱਲ ਨਹੀਂ, 4 ਕਿਸਮ ਦਾ ਸੰਸਾਰ ਹੈ। ਸਭ ਤੋਂ ਪਹਿਲਾਂ ਪੱਥਰ ਨੂੰ ਇੱਕ ਜੋਨ ਮੰਨਿਆ ਗਿਆ ਹੈ। ਪੱਥਰ ਵੀ ਤਾਂ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ, ਹੁਕਮੀ ਹੋਵਨ ਆਕਾਰ। ਉਹਨਾਂ ਪੱਥਰਾਂ ਦੇ ਵਿੱਚੋਂ ਹੀਰੇ ਰਤਨ ਜਵਾਹਰਾਤ ਪੈਦਾ ਹੁੰਦੇ ਨੇ। ਹੁਕਮ ਮਿਲੇ ਵਡਿਆਈ, ਇਹ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਦੂਸਰੇ ਨੰਬਰ ਤੇ ਬਨਸਪਤੀ ਦਾ ਸੰਸਾਰ ਹੈ। ਬਿਰਸ਼ ਨੇ, ਪੌਦੇ ਨੇ, ਬਨਸਪਤੀ ਹੈ। ਇਹਦੇ ਵਿੱਚ ਵੀ ਕੁਝ ਐਸੇ ਬਿਰਸ਼ ਨੇ ਜਿਹੜੇ ਬਹੁਤ ਗੁਣਕਾਰੀ ਵੀ ਹਨ ਤੇ ਬਹੁਤ ਪ੍ਰਸ਼ੰਸਾਜਨਕ ਵੀ ਹਨ। ਜਿਵੇਂ ਚੰਦਨ ਦਾ ਬਿਰਸ਼ ਹੈ, ਉਹਦੀ ਖਾਸ ਤਾਰੀਫ ਲਿਖੀ ਮਿਲਦੀ ਹੈ। ਚੰਦਨ ਦੇ ਨੇੜੇ ਜਿਹੜਾ ਵੀ ਕੋਈ ਬਿਰਸ਼ ਹੁੰਦਾ ਹੈ ਉਹ ਆਪਣਾ ਗੁਣ, ਆਪਣੀ ਸੁਗੰਧੀ ਉਹਦੇ ਵਿੱਚ ਭਰ ਦਿੰਦਾ ਹੈ। ਇਸੇ ਲਈ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਵੀ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹਨਾਂ ਨੂੰ ਵੀ ਵਡਿਆਈ ਪਰਮੇਸ਼ਰ ਵੱਲੋਂ ਮਿਲਦੀ ਹੈ। ਤੀਸਰੇ ਨੰਬਰ ਤੇ ਪਸ਼ੂ ਪੰਛੀਆਂ ਦਾ ਵੀ ਜਗਤ ਹੈ। ਜਿਹੜੇ ਪਸ਼ੂ ਪੰਛੀ ਨੇ ਉਹਨਾਂ ਵਿੱਚੋਂ ਵੀ ਕੁਝ ਖਾਸ ਪਸ਼ੂ ਪੰਛੀ ਹਨ। ਜਿਵੇਂ ਖਾਸ ਕਰਕੇ ਜਿਹੜੇ ਪੰਛੀ ਨੇ ਉਹਨਾਂ ਵਿੱਚੋਂ ਮੋਰ ਪੰਛੀਆਂ ਦਾ ਇੱਕ ਸ਼੍ਰੋਮਣੀ ਮੰਨਿਆ ਹੋਇਆ, ਉਹਨੂੰ ਵਡਿਆਈ ਵਾਹਿਗੁਰੂ ਨੇ ਬਖਸ਼ੀ ਹੋਈ ਹੈ। ਦੂਸਰੇ ਨੰਬਰ ਤੇ ਕੁਝ ਹੋਰ ਪੰਛੀ ਵੀ ਹਨ, ਜਿਵੇਂ ਗਰੜ ਹੈ, ਵਿਸ਼ਨੂੰ ਦਾ ਵਾਹਨ ਮੰਨਿਆ।
ਅਤੇ ਇੱਕ ਹੰਸ ਹੈ ਜਿਹਦੇ ਵਿਸ਼ੇਸ਼ ਗੁਣ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਲਿਖੇ ਨੇ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਇਹ ਉਹਨਾਂ ਨੂੰ ਵਡਿਆਈ ਵਾਹਿਗੁਰੂ ਨੇ ਬਖਸ਼ੀ ਹੈ। ਪਸ਼ੂਆਂ ਦੇ ਵਿੱਚੋਂ ਜਿਵੇਂ ਇੱਕ ਗਊ ਹੈ ਤੇ ਉਹ ਵੀ ਇੱਕ ਪਸ਼ੂ, ਪਰ ਉਹਨੂੰ ਕੁਝ ਵਾਹਿਗੁਰੂ ਨੇ ਵਿਸ਼ੇਸ਼ ਵਡਿਆਈ ਦਿੱਤੀ ਹੈ, ਕਿਉਂਕਿ ਉਹਦਾ ਜਿਹੜਾ ਦੁੱਧ ਹੈ ਉਹ ਵੀ ਗੁਣਕਾਰ ਮੰਨਿਆ। ਆਮ ਪਸ਼ੂਆਂ ਦੇ ਦੁੱਧ ਨਾਲੋਂ ਗਊ ਦਾ ਦੁੱਧ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨਿਆ। ਉਹਦਾ ਘਿਓ ਵੀ ਦੂਸਰੇ ਪਸ਼ੂਆਂ ਨਾਲੋਂ ਵਧੇਰੇ ਅੱਛਾ ਮੰਨਿਆ ਜਾਂਦਾ ਹੈ। ਅਤੇ ਉਸ ਗਊ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਮਾਸੂਮੀਅਤ ਦੀ, ਇਹ ਉਸ ਦਾ ਵੱਡਾ ਗੁਣ ਹੈ, ਜਿਸ ਕਰਕੇ ਉਹਨੂੰ ਵੀ ਇਹ ਵਡਿਆਈ ਪ੍ਰਾਪਤ ਹੋਈ। ਹਿੰਦੂ ਲੋਕ ਗਊ ਨੂੰ ਮਾਤਾ ਕਹਿੰਦੇ ਨੇ, ਉਹਦੀ ਪੂਜਾ ਵੀ ਕਰਦੇ ਨੇ। ਸੋ ਰਹੋ ਵਿਚਾਰ, ਇਹ ਵਡਿਆਈ ਪਰਮੇਸ਼ਰ ਵੱਲੋਂ ਮਿਲੀ ਹੈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਅਤੇ ਚੌਥੇ ਨੰਬਰ ਤੇ ਇਹ ਜਿਹੜਾ ਮਨੁੱਖੀ ਸੰਸਾਰ ਆ ਜਾਂਦਾ ਹੈ, ਇਹਦੇ ਵਿੱਚ ਵੀ ਤਿੰਨ ਬੰਦੇ ਨੇ ਜਿਨ੍ਹਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਇੱਕ ਦਾਤੇ ਨੇ ਜਿਨ੍ਹਾਂ ਦੀ ਸੰਸਾਰ ਦੇ ਵਿੱਚ ਵਡਿਆਈ ਹੁੰਦੀ ਹੈ। ਇੱਕ ਸੂਰਮੇ ਨੇ, ਉਹ ਆਪਣੀ ਬਹਾਦਰੀ ਸਦਕਾ ਸੰਸਾਰ ਦੇ ਵਿੱਚ ਜਾਣੇ ਜਾਂਦੇ ਨੇ। ਤੀਸਰੇ ਨੰਬਰ ਤੇ ਸੰਤ ਭਗਤ ਲੋਕ ਨੇ, ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਜੰਤ ਪੈਦਾ ਹੁੰਦੇ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਭਾਈ ਇਹਨਾਂ ਨੂੰ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਜਿਵੇਂ ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹਨਾਂ ਦੀ ਏਡੀ ਵੱਡੀ ਵਡਿਆਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਉਹਨਾਂ ਦੇ ਬਰਾਬਰ ਹੋਰ ਕੋਈ ਪਹੁੰਚ ਹੀ ਨਹੀਂ ਸਕਦਾ। ਪੰਡਤ ਸੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਬੜੇ ਬੜੇ ਵਿਦਵਾਨ, ਬੜੇ ਬੜੇ ਸੂਰਮੇ, ਬੜੇ ਬੜੇ ਰਾਜੇ ਮਹਾਰਾਜੇ ਵਾਹਿਗੁਰੂ ਦੇ ਭਗਤਾਂ ਦੇ ਬਰਾਬਰ ਨਹੀਂ ਹੋ ਸਕਦੇ। ਉਹਨਾਂ ਦੀ ਵਡਿਆਈ ਨੂੰ ਸਾਰੀ ਦੁਨੀਆ ਜਾਣਦੀ ਹੈ। ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਹੈ। 52 ਕਵੀ, ਬੜੇ ਬੜੇ ਸਿਆਣੇ ਵਿਦਵਾਨ ਲੋਕ ਬੈਠੇ ਨੇ। ਅਚਾਨਕ ਭਗਤ ਕਬੀਰ ਜੀ ਦਾ ਪ੍ਰਸੰਗ ਛਿੜਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵਿਦਵਾਨਾਂ ਅੱਗੇ ਸਵਾਲ ਕੀਤਾ। ਕਹਿਣ ਲੱਗੇ, ਭਾਈ ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ? ਹਿੰਦੁਸਤਾਨ ਦਾ ਸਮਰਾਟ ਕੌਣ ਸੀ? ਸਾਰੇ ਵਿਦਵਾਨ ਸੋਚੀ ਪੈ ਗਏ। ਕਿਸੇ ਨੇ ਕਿਸੇ ਦਾ ਨਾਮ ਲਿਆ, ਕਿਸੇ ਨੇ ਕਿਸੇ ਦਾ ਨਾਮ ਲਿਆ। ਸਾਰੇ ਵਿਦਵਾਨ ਇੱਕ ਸੰਮਤੀ ਨਾ ਪ੍ਰਗਟ ਕਰ ਸਕੇ, ਕਿਉਂਕਿ ਵਿਦਵਾਨਾਂ ਦਾ ਸੁਭਾਅ ਹੀ ਹੈ ਨੁਕਤਾਚੀਨੀ ਕਰਨੀ। ਜਦੋਂ ਕੋਈ ਵੀ ਫੈਸਲਾ ਨਾ ਹੋ ਸਕਿਆ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੱਸੋ ਉਸ ਵੇਲੇ ਬਾਦਸ਼ਾਹ ਕੌਣ ਸੀ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਸ ਬਾਦਸ਼ਾਹ ਦੇ ਨਾਮ ਤੋਂ ਅਸੀਂ ਕੀ ਲੈਣਾ ਹੈ? ਅਸੀਂ ਤੇ ਵਾਹਿਗੁਰੂ ਦੇ ਨਾਮ ਦੀ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਵਡਿਆਈ ਕਰਨੀ ਹੈ। ਦੇਖ ਲਓ, ਭਗਤ ਕਬੀਰ ਜੀ ਇੱਕ ਨੀਵੇਂ ਖਾਨਦਾਨ ਦੇ ਵਿੱਚ ਪੈਦਾ ਹੋਏ, ਗਰੀਬ ਘਰ ਦੇ ਵਿੱਚ ਜਨਮ ਧਾਰਨ ਕੀਤਾ, ਪਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਭਗਤੀ ਕੀਤੀ ਤੇ ਵੇਖ ਲਓ ਧੰਨ ਕਬੀਰ ਸਾਰੀ ਦੁਨੀਆ ਕਰ ਰਹੀ ਹੈ। ਲੋਕ ਉਸ ਵੇਲੇ ਦੇ ਬਾਦਸ਼ਾਹ ਨੂੰ ਭੁੱਲ ਚੁੱਕੇ ਨੇ। ਇਹ ਹੈ ਵਡਿਆਈ, ਅਸਲੀ ਨਾਮ ਦੀ ਵਡਿਆਈ। ਹੁਕਮ ਮਿਲੈ ਵਡਿਆਈ। ਇਹ ਜਿਹੜੀ ਵਡਿਆਈ ਹੈ ਵਾਹਿਗੁਰੂ ਦੇ ਨਾਮ ਦਾ ਸਦਕਾ ਭਗਤਾਂ ਨੂੰ ਪ੍ਰਾਪਤ ਹੁੰਦੀ। ਸੰਸਾਰਕ ਵਡਿਆਈ ਤਾਂ ਹੋਰਾਂ ਨੂੰ ਵੀ ਮਿਲ ਜਾਂਦੀ ਹੈ, ਪਰ ਜਿਹੜੀ ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ, ਇਹ ਭਾਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪ੍ਰਾਪਤ ਹੁੰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੁਕਮ ਦੀ ਵਿਆਖਿਆ ਕਰਦਿਆਂ ਹੋਇਆਂ ਸਾਨੂੰ ਇਹ ਗੱਲ ਸਮਝਾ ਰਹੇ ਹਨ
ਵੀ ਗੁਰਮੁਖੋ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ, ਸਾਰੇ ਸਰੀਰ ਬਣਦੇ ਹਨ ਤੇ ਉਸ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਪੈਦਾ ਹੁੰਦੇ ਨੇ। ਜਿੰਨੀਆਂ ਰੂਹਾਂ ਨੇ, ਜਿੰਨੀਆਂ ਆਤਮਾਵਾਂ ਨੇ, ਇਹ ਵੀ ਸਾਰੀਆਂ ਉਹਦੇ ਹੁਕਮ ਦੇ ਵਿੱਚ ਹੀ ਪੈਦਾ ਹੁੰਦੀਆਂ। ਹੁਕਮ ਮਿਲਿਆ ਵਡਿਆਈ, ਉਹਦੇ ਹੁਕਮ ਦੇ ਵਿੱਚ ਹੀ ਭਾਈ ਵਡਿਆਈ ਪ੍ਰਾਪਤ ਹੁੰਦੀ ਹੈ। ਜਿਸ ਉੱਤੇ ਮੇਰਾ ਮਾਲਕ ਪ੍ਰਸੰਨ ਹੋਵੇ ਤੇ ਉਸ ਨੂੰ ਸਭ ਤੋਂ ਵੱਡੀ ਵਡਿਆਈ ਹੈ ਨਾਮ ਦੀ, ਉਹ ਬਖਸ਼ਿਸ਼ ਕਰਦਾ। ਕਿਉਂਕਿ ਸਤਿਗੁਰੂ ਨੇ ਫਰਮਾਇਆ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ। ਇਹ ਵਾਹਿਗੁਰੂ ਆਪਣੇ ਭਗਤਾਂ ਨੂੰ ਦਿੰਦਾ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਿਹੜੇ ਮਨੁੱਖ ਨੇ ਉੱਤਮ ਸ੍ਰੇਸ਼ਟ ਬਣ ਜਾਂਦੇ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਕਈ ਭਾਈ ਨੀਚ ਵੀ ਬਣ ਜਾਂਦੇ ਨੇ। ਕਿਉਂਕਿ ਉੱਤਮ, ਮੱਧਮ, ਕਨਿਸ਼ਟ ਤਿੰਨ ਕਿਸਮ ਦੀ ਸ੍ਰਿਸ਼ਟੀ ਹੈ ਜਿਨ੍ਹਾਂ ਦਾ ਹਜ਼ੂਰ ਨੇ ਅੱਗੇ ਜਾ ਕੇ ਜ਼ਿਕਰ ਕੀਤਾ ਔਰ ਇਹਦਾ ਸੰਬੰਧ ਮਾਇਆ ਦੇ ਨਾਲ ਹੈ। ਮਾਇਆ ਦੇ ਵਿੱਚ ਤਿੰਨ ਗੁਣ ਪ੍ਰਧਾਨ ਮੰਨੇ ਨੇ, ਰਾਜਗੁਣ, ਤਮਗੁਣ, ਸਤਗੁਣ ਕਹੀਏ। ਇਹ ਤੇਰੀ ਸਭ ਮਾਇਆ। ਜਿਹੜੇ ਸਤੋਗੁਣੀ ਨੇ ਉਹਨਾਂ ਨੂੰ ਉੱਤਮ ਦਰਜਾ ਦਿੱਤਾ ਗਿਆ ਹੈ। ਜਿਹੜੇ ਰਜੋਗੁਣੀ ਸੁਭਾਅ ਦੇ ਵਿੱਚ ਵਰਤਦੇ ਨੇ ਉਹਨਾਂ ਨੂੰ ਮੱਧਮ ਦਰਜਾ ਦਿੱਤਾ ਗਿਆ ਹੈ। ਤੇ ਜਿਹੜੇ ਭਾਈ ਬਹੁਤੇ ਕਮੀਨੇ ਤੇ ਘਟੀਆ ਸੁਭਾਅ ਦੇ ਵਿੱਚ ਵਰਤਦੇ ਨੇ ਉਹਨਾਂ ਨੂੰ ਤਮੋਗੁਣੀ ਆਖਿਆ ਜਾਂਦਾ ਹੈ, ਉਹਨਾਂ ਨੂੰ ਨੀਚ ਆਖਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਹੁਕਮੀ ਉੱਤਮ ਨੀਚ। ਆਪਣੇ ਆਪ ਕੋਈ ਚੰਗਾ ਵੀ ਨਹੀਂ ਬਣ ਸਕਦਾ ਤੇ ਆਪਣੇ ਆਪ ਕੋਈ ਮਾੜਾ ਵੀ ਨਹੀਂ ਬਣ ਸਕਦਾ। ਇਹ ਹੁਕਮ ਦੀ ਖੇਡ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਬਾਣੀ ਵਿੱਚ ਬੜੇ ਹੀ ਵਡਮੁੱਲੇ ਬਚਨ ਹਨ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਵਡਿਆਈ ਦੇਣਾ ਚਾਹੇ ਤੇ ਉਸ ਨੂੰ ਉਹ ਵਡਿਆਈ ਪ੍ਰਾਪਤ ਹੁੰਦੀ ਹੈ। ਜਿਸ ਦੇ ਪਾਸੋਂ ਵਾਹਿਗੁਰੂ ਦਿੱਤੀ ਹੋਈ ਵਡਿਆਈ ਖੋਹਣਾ ਚਾਹੇ, ਚਾਹੇ ਕੋਈ ਲੱਖ ਯਤਨ ਕਰ ਲਵੇ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਇਸੇ ਲਈ ਕੁਰਾਨ ਸ਼ਰੀਫ ਦੇ ਵਿੱਚ ਇਹ ਗੱਲ ਲਿਖੀ ਮਿਲਦੀ ਹੈ। ਕਹਿੰਦੇ ਨੇ ਉਹ ਖੁਦਾ, ਉਹ ਅੱਲਾਹ ਤਾਲਾ ਦੋ ਵਾਰੀ ਹੱਸਦਾ। ਇੱਕ ਵਾਰ ਉਦੋਂ ਜਦੋਂ ਕਿਸੇ ਨੂੰ ਉੱਚੀ ਵਡਿਆਈ ਬਖਸ਼ਿਸ਼ ਕਰਦਾ ਹੈ ਤੇ ਲੋਕ ਉਸ ਦੀਆਂ ਲੱਤਾਂ ਖਿੱਚਦੇ ਨੇ, ਵਾਹਿਗੁਰੂ ਹੱਸਦਾ ਬਈ ਇਹ ਮੂਰਖ ਲੋਕ ਕੀ ਕਰ ਰਹੇ ਨੇ। ਦੂਜਾ ਉਦੋਂ ਜਦੋਂ ਵਾਹਿਗੁਰੂ ਪਰਮੇਸ਼ਰ ਕੋਈ ਬਹੁਤਾ ਹੰਕਾਰੀ ਹੋ ਜਾਂਦਾ ਹੈ ਤੇ ਉਸ ਹੰਕਾਰੀ ਨੂੰ ਹੇਠਾਂ ਸੁੱਟਣਾ ਚਾਹੁੰਦਾ ਤੇ ਲੋਕ ਉਸ ਨੂੰ ਉਤਾਂਹ ਚੱਕਣਾ ਚਾਹੁੰਦੇ ਨੇ, ਉਸ ਵੇਲੇ ਵਾਹਿਗੁਰੂ ਹੱਸਦਾ ਵੀ ਇਹ ਲੋਕ ਕਮਲੇ ਕਰਦੇ ਕੀ ਫਿਰਦੇ ਨੇ। ਹੋਣਾ ਤੇ ਉਹੀ ਹੈ ਜੋ ਮੈਂ ਕਰਨਾ ਹੈ, ਪਰ ਇਹ ਮੂਰਖ ਲੋਕ ਕਿਵੇਂ ਐਵੇਂ ਇਹ ਟੱਕਰਾਂ ਮਾਰਦੇ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਹੁਕਮੀ ਉੱਤਮ ਨੀਚ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉੱਤਮ ਜੀਵ ਬਣਦੇ ਹਨ ਤੇ ਉਹਦੇ ਹੁਕਮ ਦੇ ਵਿੱਚ ਹੀ ਨੀਚ ਬਣਦੇ ਨੇ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦਾ ਹੁਕਮ ਵਿਆਪਕ ਹੈ। ਇਹਦਾ ਅਰਥ ਇਹ ਵੀ ਨਾ ਸਮਝ ਲੈਣਾ ਬਈ ਵਾਹਿਗੁਰੂ ਪਰਮੇਸ਼ਰ ਹੀ ਸਭ ਨੂੰ ਚੰਗੇ ਤੇ ਮਾੜੇ ਬਣਾਉਂਦਾ। ਇਸ ਦਾ ਅਸਲੀ ਭਾਵ ਇਹ ਹੈ ਬਈ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਇੱਕ ਬਰਾਬਰ ਪੈਦਾ ਕੀਤਾ ਹੈ। ਜੋ ਜੋ ਕਿਸੇ ਦੀ ਰੁਚੀ ਹੁੰਦੀ ਹੈ, ਜੋ ਜੋ ਉਹ ਕੰਮ ਕਰਨਾ ਚਾਹੁੰਦਾ ਹੈ ਔਰ ਉਹਦੇ ਅਨੁਸਾਰ ਉਸ ਨੂੰ ਉਹ ਉੱਤਮ ਤੇ ਨੀਚ ਦੀ ਪਦਵੀ ਦਿੱਤੀ ਜਾਂਦੀ ਹੈ। ਜਿਹੜਾ ਚੰਗੇ ਕੰਮ ਕਰੇ ਉਹਨੂੰ ਉੱਤਮ ਕਿਹਾ ਜਾਂਦਾ ਹੈ, ਜੇ ਕੋਈ ਮਾੜੇ ਕੰਮ ਕਰੇ ਉਹਨੂੰ ਨੀਚ ਹੀ ਆਖਿਆ ਜਾਵੇਗਾ। ਇਸੇ ਲਈ ਕਰਮਾਂ ਦੇ ਨਾਲ ਹੀ ਮਨੁੱਖ ਚੰਗਾ ਤੇ ਮਾੜਾ ਬਣਦਾ ਹੈ। ਨਹੀਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਮੁਸਲਮਾਨਾਂ ਨੇ ਸਵਾਲ ਕੀਤਾ, ਵੱਡਾ ਹਿੰਦੂ ਕੇ ਮੁਸਲਮਾਨੋਈ, ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਮਲ ਹੀ ਸਭ ਤੋਂ ਮਹਾਨ ਨੇ, ਕਰਮ ਹੀ ਸਭ ਤੋਂ ਮਹਾਨ ਨੇ। ਜੇ ਹਿੰਦੂ ਹੋ ਕੇ ਕੋਈ ਮਾੜੇ ਕੰਮ ਕਰੇਗਾ, ਹਿੰਦੂ ਕਦੇ ਵੀ ਚੰਗਾ ਤੇ ਉੱਤਮ ਨਹੀਂ ਰਹਿ ਸਕਦਾ। ਜੇ ਮੁਸਲਮਾਨ ਹੋ ਕੇ ਕੋਈ ਮਾੜੇ ਕੰਮ ਕਰੇਗਾ, ਉਹ ਵੀ ਕਦੇ ਚੰਗਾ ਇਨਸਾਨ ਨਹੀਂ ਬਣ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉੱਤਮ ਬਣਦਾ ਹੈ, ਉਸ ਦੇ ਹੁਕਮ ਦੇ ਵਿੱਚ ਹੀ ਜੀਵ ਨੀਚ ਬਣਦਾ ਹੈ।
ਭਾਵ ਚੰਗੇ ਤੇ ਮਾੜੇ ਕਰਮਾਂ ਕਰਕੇ ਜੋ ਵੀ ਜੀਵ ਉੱਚੇ ਨੀਵੇਂ ਬਣਦੇ ਨੇ, ਉਹ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ।